जीएनओ प्यारे विद्यार्थियों 10th क्लास की इंग्लिश की बुक इंग्लिश मेन कोर्स बुक उसकी पोएम नंबर 5 वेयर द माइंड इज़ विदाउट फियर अर्थात जिथे मन डर तो मुक्त है। इस पोएम की रीडिंग करांगे, ट्रांसलेशन ਅਤੇ ਉਹਦੀ एक्सप्लेनेशन करांगे। सो तुसी बड़े ध्यान ਦੇ ਨਾਲ सुनो ताकि बाद चो क्वेश्चन आंसर्स करने समझने ਤੁਹਾਡੇ सौखे हो जाएंगे ਤੇ ਜਿਹੜੇ ਕੋਈ ਔਖੇ ਸ਼ਬਦ ਆਣਗੇ ਉਹਦੇ ਅਰਥ ਦੱਸੇ ਜਾਣਗੇ ਉਹ ਤੁਸੀਂ ਆਪਣੀ ਨੋਟਬੁੱਕ ਵਿੱਚ ਉਤਾਰ ਲੈਣੇ ਨੇ। ਸੋ ਸ਼ੁਰੂ ਕਰੀਏ। दिस पोएम इज़ एन अर्नेस्ट प्रेयर। अर्नेस्ट होंदी है तरले भरी, तांग वाली। यह जी पोएम है, कविता है, यह एक तरले भरी अरदास है टू गॉड, रब अगे। वेयर द पोएट प्रेज टू गॉड, जिथे अर्थात कविता दे विच कवि जड़ा है रब अगे अरदास करता है टू ब्लैस हिज मदरलैंड। मदरलैंड मैंने मातभूमि अर्थात देश। रब अगे अरदास करता है कि रब उसके देश नूं अर्थात भारत नूं, इंडिया नूं निवाजे, उत्ते मेहर भरे हथ रखे कि विद दैट अवेकनिंग फ्रीडम, वो जागृति लियाण वाली आज़ादी, वो जागृति लियाण वाली आज़ादी दे नाल इस देश वासियों नूं निवाजे जिहदे नाल की होवे विच में ड्राइव अवे। ड्राइव अवे मैंने दूर भजा देना। जिहड़ी जागृति लियाण वाली आज़ादी दूर भजा देवे ऑल फीयर, सारे किस्मां दे डरां नूं। डिवीजनस अमंग मैन, मनुख दियां मनुख दे विच बणीਆਂ ਕੰਧਾਂ ਨੂੰ, ਦੀਵਾਰਾਂ ਨੂੰ ਜਾਂ ਵੰਡੀਆਂ ਨੂੰ। ਇੱਥੇ ਭਾਰਤ ਵਿੱਚ ਜਾਤ ਪਾਤ ਦਾ ਕੋਡ ਜਿਹੜਾ ਹੈ ਉਹ ਬੜਾ ਜ਼ਬਰਦਸਤ ਹੈ। ਇਹਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ। ਇਹ ਸਦੀਆਂ ਤੋਂ ਜਿਹੜਾ ਜਨਮ ਤੋਂ ਜਾਤ ਪਾਤ ਬਣੀ ਹੋਈ ਹੈ ਕਿ ਜਨਮ ਕਰਕੇ ਕੋਈ ਉੱਚਾ ਹੈ ਕੋਈ ਨੀਵਾਂ ਹੈ। ਇਹਨਾਂ ਤੋਂ ਵੀ ਸਾਡੇ ਸਮਾਜ ਨੂੰ ਨਿਜਾਤ ਮਿਲੇ, ਇਹ ਅਰਦਾਸ ਕਵੀ ਕਰਦਾ ਹੈ। ਕਰਬਜ਼ ਔਨ ਨੌਲੇਜ ਐਂਡ ਟਰੁੱਥ। ਕਰਬਜ਼ ਹੁੰਦੀ ਹੈ ਰੋਕ ਟੋਕ, ਕੰਟਰੋਲ। ਨੌਲੇਜ ਗਿਆਨ ਅਤੇ ਟਰੁੱਥ ਅਰਥਾਤ ਗਿਆਨ ਅਤੇ ਸੱਚ ਦੀ ਪ੍ਰਾਪਤੀ ਦੇ ਵਿੱਚ ਜਿਹੜੀਆਂ ਰੋਕਾਂ ਨੇ ਉਹ 'ਚ ਵੀ ਬੜੀਆਂ ਇੱਥੇ ਵਿਤਕਰੇ ਹੈਗੇ ਨੇ। ਨੀਵੀਂ ਜਾਤਾਂ ਵਾਲੇ ਧਾਰਮਿਕ ਗ੍ਰੰਥ ਨਹੀਂ ਪੜ੍ਹ ਸਕਦੇ, ਨੀਵੀਂ ਜਾਤਾਂ ਵਾਲੇ ਮੰਦਰ ਨਹੀਂ ਜਾ ਸਕਦੇ। ਸੋ ਇੱਥੇ ਨੀਵੀਂ ਜਾਤਾਂ ਵਾਲਾ ਦਾ ਬਹੁਤ ਬੁਰਾ ਹਾਲ ਹੈਗਾ। ਸੋ ਕਰਬਜ਼ ਮੈਨੇ ਰੋਕ, ਕੰਟਰੋਲ ਅਰਥਾਤ ਗਿਆਨ ਅਤੇ ਸੱਚ ਦੀ ਪ੍ਰਾਪਤੀ ਵਿੱਚ ਕਿਸੇ ਵੀ ਕਿਸਮ ਦੀ ਕੋਈ ਵਿਤਕਰਾ, ਕੋਈ ਬੰਦਿਸ਼ਾਂ ਨਾ ਹੋਣ। ਇਸ ਕਿਸਮ ਦੀ ਜਾਗ੍ਰਿਤੀ ਲਿਆਉਣ ਵਾਲੀ ਆਜ਼ਾਦੀ ਲਈ ਕਵੀ ਅਰਦਾਸ ਕਰਦਾ ਹੈ। ਹੀ ਵਾਂਟਸ, ਕਵੀ ਇਹ ਵੀ ਚਾਹੁੰਦਾ ਹੈ ਦੈਟ ਗॉड ਮੇ ਬਲੈਸ ਹਿਜ਼ ਕੰਟਰੀਮੈਨ, ਕਿ ਰੱਬ ਜਿਹੜਾ ਵਾਹਿਗੁਰੂ ਹੈ ਉਹਦੇ ਦੇਸ਼ ਵਾਸੀਆਂ ਨੂੰ ਉਹਨਾਂ 'ਤੇ ਮਿਹਰ ਭਰਿਆ ਹੱਥ ਰਵੇ, ਮਿਹਰ ਭਰਿਆ ਹੱਥ ਰੱਖੇ ਅਤੇ ਉਹਨਾਂ ਨੂੰ ਇਸ ਗੱਲ ਨਾਲ ਨਿਵਾਜੇ ਕਿਹੜੀ ਵਿਦ ਰੀਜ਼ਨ। ਰੀਜ਼ਨ ਕੀ ਹੁੰਦਾ ਬੱਚੇ? ਵਿਵੇਕ ਬੁੱਧੀ ਅਰਥਾਤ ਕਿਸੇ ਵੀ ਗੱਲ ਨੂੰ ਗੁਣ ਦੋਸ਼ ਦੇ ਉੱਤੇ ਪਰਖਣਾ, ਅਰਥਾਤ ਕਿਸੇ ਗੱਲ ਨੂੰ ਚੰਗੀ ਤਰ੍ਹਾਂ ਪੜ੍ਹਨਾ, ਸੋਚਣਾ, ਵਿਚਾਰਨਾ ਜਾਂ ਸੁਣਨਾ ਅਤੇ ਸੁਣ ਕੇ ਅੱਖਾਂ ਮੀਟ ਕੇ ਨਹੀਂ ਮੰਨ ਲੈਣਾ। ਉਹਨੂੰ ਵਿਵੇਕ ਬੁੱਧੀ ਨਾਲ ਤੱਥਾਂ ਦੇ ਉੱਤੇ, ਤਰਕ ਦੇ ਉੱਤੇ, ਗਿਆਨ ਦੇ ਉੱਤੇ, ਵਿਗਿਆਨ ਦੀ ਕਸੌਟੀ 'ਤੇ ਉਹਨੂੰ ਪਰਖਣਾ, ਉਹਨੂੰ ਕਹਿੰਦੇ ਨੇ ਰੀਜ਼ਨ। ਅਰਥਾਤ ਇਹ ਨਹੀਂ ਕਿ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ, ਵੀ ਜਿੱਦਾਂ ਸਾਰੇ ਲੋਕ ਕਰਦੇ ਨੇ ਉੱਦਾਂ ਹੀ ਕਰੀ ਜਾਣਾ, ਭੇਡ ਚਾਲ ਵਾਲੇ ਪਾਸੇ ਤੋਂ ਬਚਣ। ਰੀਜ਼ਨ। ਡਿਜ਼ਾਇਰ ਫॉर ਪਰਫੈਕਸ਼ਨ, ਪਰਫੈਕਸ਼ਨ ਹੁੰਦੀ ਸੰਪੂਰਨਤਾ, ਅਰਥਾਤ ਇਸ ਜੀਵਨ ਨੂੰ ਮਤਲਬ ਕਿ ਇਹਨਾਂ ਦੇ ਵਿੱਚ ਤਾਂਘ ਨਹੀਂ ਹੈਗੀ ਕਿ ਅਸੀਂ ਅੱਗੇ ਵਧੀਆ ਤਰੱਕੀ ਕਰੀਏ। ਸੋ ਕਹਿੰਦੇ ਵੀ ਮੇਰੇ ਦੇਸ਼ ਦੇ ਲੋਕਾਂ ਵਿੱਚ ਇੱਕ ਇਹ ਵੀ ਜਜ਼ਬਾ ਆਵੇ ਕਿ ਅਸੀਂ ਅੱਗੇ ਵਧਣਾ ਹੈ ਅਤੇ ਆਪਣੇ ਆਪ ਨੂੰ ਸੰਪੂਰਨ ਕਰਨਾ ਹੈ, ਆਪਣੇ ਆਪ ਨੂੰ ਵਧੀਆ ਕਰਨਾ ਹੈ। ਐਂਡ ਅ ਫਰੀਡਮ, ਅਤੇ ਇੱਕ ਆਜ਼ਾਦੀ ਹੋਵਲੀ ਫਰੋਮ ਡੋਗਮਾ। ਡੋਗਮਾ ਹੁੰਦਾ ਹੈ, ਇਹਨੂੰ ਕੱਟੜਵਾਦ ਵੀ ਕਹਿ ਸਕਦੇ ਹਾਂ ਅਤੇ ਇਹਨੂੰ ਲਕੀਰ ਦੇ ਫਕੀਰ ਵੀ ਕਹਿ ਸਕਦੇ ਹਾਂ। ਅਰਥਾਤ ਜੋ ਮੇਰੇ ਪੁਰਖੇ ਕਰਦੇ ਆਏ ਮੈਂ ਉਹੀ ਕਰੀ ਜਾ ਰਿਹਾ, ਭਾਵੇਂ ਉਸ ਗੱਲ ਦਾ ਕੋਈ ਸਿਰ ਪੈਰ ਬਣਦਾ ਹੈ ਜਾਂ ਨਹੀਂ ਬਣਦਾ। ਸਾਡੇ ਦੇਸ਼ ਵਿੱਚ ਬੱਚਿਓ ਅੰਧ ਵਿਸ਼ਵਾਸਾਂ ਦੇ, ਵਹਿਮਾਂ ਭਰਮਾਂ ਦੇ ਅੰਬਾਰ ਲੱਗੇ ਹੋਏ ਨੇ। ਸੋ ਲੋਕ ਇੱਥੇ ਪਤਾ ਨਹੀਂ ਕਿਹੜੇ ਕਿਹੜੇ ਵਹਿਮਾਂ ਭਰਮਾਂ ਦੇ ਸ਼ਿਕਾਰ ਨੇ। ਸੋ ਉਹਨੂੰ ਕਹਿੰਦੇ ਡੋਗਮਾ ਕਹਿੰਦੇ ਆ, ਜਿਹਦੇ ਵਿੱਚ ਕੋਈ ਗਿਆਨ ਨਹੀਂ ਹੈਗਾ, ਜਿਸ ਗੱਲ ਦਾ ਕੋਈ ਸਿਰ ਪੈਰ ਨਹੀਂ ਬਣਦਾ, ਲੋਕ ਉਹਨੂੰ ਧਰਮ ਦੇ ਨਾਂ 'ਤੇ ਮੰਨੀ ਜਾਂਦੇ ਨੇ। ਐਂਡ ਇਨਰਸ਼ੀਆ, ਇਨਰਸ਼ੀਆ ਮੈਨੇ ਜਿੱਥੇ ਖੜ੍ਹੇ ਹਾਂ ਉੱਥੇ ਦੇ ਉੱਥੇ ਹੀ। ਜੜ ਅਰਥਾਤ ਮਨ ਵਿੱਚ ਕੋਈ ਤਾਂਘ ਨਹੀਂ ਹੈਗੀ, ਕੋਈ ਜੋਸ਼ ਨਹੀਂ ਹੈਗਾ, ਕੋਈ ਉਤਸ਼ਾਹ ਨਹੀਂ ਹੈਗਾ ਕਿ ਜ਼ਿੰਦਗੀ ਨੂੰ ਅੱਗੇ ਵਧੀਆ ਬਣਾਇਆ ਜਾਵੇ। ਉਹਨੂੰ ਕਹਿੰਦੇ ਇਨਰਸ਼ੀਆ ਮੈਨੇ ਜਿੱਦਾਂ ਰੁੱਖ ਇੱਕ ਥਾਂ 'ਤੇ ਖੜ੍ਹੇ ਰਹਿੰਦੇ ਨੇ, ਪੱਥਰ ਇੱਕ ਥਾਂ 'ਤੇ ਖੜ੍ਹੇ ਰਹਿੰਦੇ ਨੇ, ਇਸ ਤਰ੍ਹਾਂ ਦੀ ਬਿਰਤੀ ਵੀ ਸਾਡੇ ਲੋਕਾਂ ਦੀ ਹੈ। ਉਹ ਫਿਰ ਕਹਿੰਦੇ ਨੇ ਵੀ ਸਾਡੇ ਕਰਮਾਂ 'ਚ ਇੱਦਾਂ ਹੀ ਹੈਗਾ, ਸਾਡੀ ਦੀ ਕਿਸਮਤ ਵਿੱਚ ਇੱਦਾਂ ਹੀ ਹੈਗਾ। ਸੋ ਉੱਦਮ ਨਹੀਂ ਕਰਦੇ। ਸੋ ਇਨਰਸ਼ੀਆ ਇੱਕ ਕਿਸਮ ਦਾ ਜੀ ਕਹਿ ਸਕਦੇ ਹਾਂ ਉੱਦਮ ਦਾ ਵਿਰੋਧੀ ਸ਼ਬਦ ਹੈ, ਠੀਕ ਹੈ ਨਾ। ਸੋ ਇਨਰਸ਼ੀਆ ਨੂੰ ਅਸੀਂ ਲੇਜ਼ੀਨੈਸ ਵੀ ਕਹਿ ਸਕਦੇ ਹਾਂ, ਸੁਸਤੀ ਵੀ ਕਹਿ ਸਕਦੇ ਹਾਂ, ਅਤੇ ਅਸਲੀ ਇਹਦਾ ਮਤਲਬ ਹੈ ਜੜ, ਵੀ ਜਿੱਥੇ ਬੰਦਾ ਟਿਕਿਆ ਉੱਥੇ ਦਾ ਉੱਥੇ ਹੀ ਰਹਿਣ ਵਾਲੀ ਜਿਹੜੀ ਬਿਰਤੀ ਹੈ, ਉਹਨਾਂ ਤੋਂ ਵੀ ਆਜ਼ਾਦੀ ਲਈ ਉਹ ਜਿਹੜਾ ਕਵੀ ਹੈ ਅਰਦਾਸ ਕਰਦਾ ਹੈ। ਠੀਕ ਹੈ, ਉਹ ਦੇਖਿਓ ਕਵਿਤਾ ਪੜ੍ਹੀਏ। ਇਹ ਤਾਂ ਸੀਗੀ ਉਹਦੀ ਇੰਟਰੋਡਕਸ਼ਨ।
ਹੁਣ ਕਵਿਤਾ ਸ਼ੁਰੂ ਹੁੰਦੀ ਹੈ, ਕਹਿੰਦੇ ਵੇਅਰ ਦ ਮਾइंड इज़ विदाउट फीयर, अर्थात जिथे मन डर तो बिना है, अर्थात डर तो आज़ाद है, डर तो मुक्त है। एंड दी हैड इज़ हैल्ड हाई, ਅਤੇ ਸਿਰ ਜਿਹੜਾ ਹੈ ਉਹ ਬੇਫਿਕਰੀ ਵਿੱਚ, ਬੇਪਰਵਾਹੀ ਵਿੱਚ, ਮਾਣ ਦੇ ਨਾਲ, ਆਨ ਦੇ ਨਾਲ ਉੱਚੇ ਚੱਕਿਆ ਹੋਇਆ ਹੈ। ਅਰਥਾਤ ਜਿੱਥੇ ਸਿਰ ਨੀਵਾਂ ਨਹੀਂ ਕਰਨਾ ਪੈਂਦਾ ਕਿਸੇ ਡਰ ਕਰਕੇ ਜਾਂ ਕਿਸੇ ਹੀਨ ਭਾਵਨਾ ਕਰਕੇ। ਸੋ ਐਂਡ ਦੀ ਹੈਡ ਇਜ਼ ਹੈਲਡ ਹਾਈ, ਜਿੱਥੇ ਡਰ ਕੋਈ ਨਹੀਂ ਅਤੇ ਸਿਰ ਬੰਦਾ ਆਪਣੇ ਪੂਰੇ ਆਤਮ ਵਿਸ਼ਵਾਸ ਦੇ ਨਾਲ, ਆਪਣੀ ਅਣਖ ਦੇ ਨਾਲ ਉੱਚਾ ਰੱਖ ਸਕਦਾ ਹੈ। ਵੇਅਰ ਨੌਲੇਜ ਇਜ਼ ਫ੍ਰੀ, ਅਰਥਾਤ ਜਿੱਥੇ ਗਿਆਨ ਮੁਫਤ ਮਿਲਦਾ ਹੈ, ਅਰਥਾਤ ਪੜ੍ਹਾਈ ਜੀ, ਵਿੱਦਿਆ ਦਾ ਜਿਹੜਾ ਵਿੱਦਿਆ ਦੇ ਸੋਮੇ ਨੇ ਉਹ ਅਮੀਰਾਂ ਦੇ ਕਬਜ਼ੇ ਵਿੱਚ ਨਹੀਂ ਹੈਗੇ, ਉਹ ਅਮੀਰਾਂ ਦੀ ਮਲਕੀਅਤ ਨਹੀਂ ਹੈਗੇ, ਜਿੱਥੇ ਹਰ ਮਨੁੱਖ ਫ੍ਰੀ ਵਿੱਦਿਆ ਪ੍ਰਾਪਤ ਕਰ ਸਕਦਾ ਹੈ। ਵੇਅਰ ਨੌਲੇਜ ਇਜ਼ ਫ੍ਰੀ। ਦੇਖੋ ਬੱਚੇ, ਰਵਿੰਦਰਨਾਥ ਟੈਗੋਰ ਦੇ ਕਿੰਨੇ ਸੋਹਣੇ ਵਿਚਾਰ ਨੇ, ਤੇ ਅੱਜ ਸਾਡੇ ਭਾਰਤ ਦੀ ਜੋ ਅਸਲੀ ਤਸਵੀਰ ਹੈ ਉਹ ਤੁਸੀਂ ਦੇਖ ਲਓ ਕੀ ਹੈਗੀ ਹੈ। ਤੁਸੀਂ ਇਹ ਕਵਿਤਾ ਵੀ ਸੁਣੋ, ਪੜ੍ਹੋ, ਤੇ ਨਾਲ ਤੁਸੀਂ ਦੇਖੋ ਵੀ ਜਿਹੜੇ ਸਾਡੇ ਪੁਰਾਣੇ ਲੋਕ ਸੀ ਉਹਨਾਂ ਦਾ ਇੰਡੀਆ ਦਾ ਸੁਪਨਾ ਕੀ ਸੀਗਾ ਤੇ ਅੱਜ ਇੰਡੀਆ ਕਿਸ ਪਾਸੇ ਜਾ ਰਿਹਾ। ਵੇਅਰ ਦਾ ਵਰਲਡ ਹੈਜ਼ ਨਾਟ ਬੀਨ ਬ੍ਰੋਕਨ ਅਪ, ਤੇ ਜਿੱਥੇ ਦੁਨੀਆ, ਇੱਥੇ ਵਰਲਡ ਦਾ ਮਤਲਬ ਭਾਰਤ ਦੀ ਦੁਨੀਆ, ਜਿੱਥੇ ਵਰਲਡ ਹੈਜ਼ ਨਾਟ ਬੀਨ ਬ੍ਰੋਕਨ ਅਪ, ਜਿੱਥੇ ਜਿਹੜਾ ਦੁਨੀਆ ਹੈ ਉਹ ਟੋਟੇ ਟੋਟੇ ਨਹੀਂ ਹੋਈ ਪਈ, ਇਨਟੂ ਫਰੈਗਮੈਂਟਸ, ਨਿੱਕੇ ਨਿੱਕੇ ਟੁਕੜਿਆਂ ਵਿੱਚ, ਫਰੈਗਮੈਂਟ ਹੁੰਦਾ ਖੰਡ ਖੰਡ, ਟੁਕੜਿਆਂ ਵਿੱਚ, ਬਾਏ ਨੈਰੋ ਡੋਮੈਸਟਿਕ ਵਾਲਸ, ਨੈਰੋ ਮੈਨੇ ਸੌੜੀ ਭੀੜੀ, ਡੋਮੈਸਟਿਕ ਮੈਨੇ ਘਰੇਲੂ ਵਾਲਸ ਕੰਧਾਂ, ਜਿੱਥੇ ਦੁਨੀਆ ਜਿਹੜੀ ਹੈ ਉਹ ਸੌੜੀ ਘਰੇਲੂ ਕੰਧਾਂ ਦੇ ਕਰਕੇ ਨਿੱਕੇ ਨਿੱਕੇ ਟੋਟਿਆਂ ਵਿੱਚ ਨਹੀਂ ਵੰਡੀ ਹੋਈ। ਵੇਅਰ ਵਰਡਸ ਕਮ ਆਊਟ, ਜਿੱਥੇ ਸ਼ਬਦ ਬਾਹਰ ਆਉਂਦੇ ਨੇ, ਮੂੰਹ ਚੋਂ ਬਾਹਰ ਆਉਂਦੇ ਨੇ, ਕਿੱਦਾਂ? ਫਰੋਮ ਦੀ ਡੈਪਥ ਆਫ ਟਰੁਥ, ਸੱਚਾਈ ਦੀ, ਸੱਚ ਦੀ ਗਹਿਰਾਈ ਵਿੱਚੋਂ ਸ਼ਬਦ ਬਾਹਰ ਆਉਂਦੇ ਨੇ, ਸਿਰਫ ਜ਼ੁਬਾਨ ਤੋਂ ਓਪਰੇ ਓਪਰੇ ਤੌਰ 'ਤੇ ਜਾਂ ਛਲ ਵਾਲੇ, ਕਪਟ ਵਾਲੇ, ਹੇਰਾਫੇਰੀ ਵਾਲੇ, ਝੂਠ ਵਾਲੇ, ਪਖੰਡ ਵਾਲੇ ਸ਼ਬਦ ਬਾਹਰ ਨਹੀਂ ਆਉਂਦੇ। ਜਿਹੜੇ ਸ਼ਬਦ ਸੱਚ ਦੀ ਡੂੰਘਾਈ 'ਚੋਂ ਬਾਹਰ ਆਉਂਦੇ ਹਨ, ਜਿੱਥੇ ਜਿੱਥੇ ਮਤਲਬ ਕਿ ਲੋਕਾਂ ਦਾ, ਦੇਸ਼ ਵਾਸੀਆਂ ਦਾ ਆਚਰਣ ਇੰਨਾ ਉੱਚਾ ਹੋਵੇ ਕਿ ਜੋ ਉਹ ਕਹਿੰਦੇ ਨੇ ਉਹੀ ਭਾਵਨਾ ਦਿਲ ਵਿੱਚ ਹੁੰਦੀ ਹੈ। ਨਹੀਂ ਤਾਂ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਦਿਲ ਕਾਤੀ ਗੁੜਵਾਤ, ਵੀ ਦਿਲ ਵਿੱਚ, ਤੇ ਦਿਲ ਜਿਹੜਾ ਹੈ ਉਹ ਕਾਤੀ ਛੁਰੀ ਹੈ ਤੇ ਗੁੜ ਵਾਤ, ਵਾਤ ਮੈਨੇ ਮੂੰਹ, ਤੇ ਮੂੰਹ ਵਿੱਚ ਗੁੜ ਹੈਗਾ, ਅਰਥਾਤ ਮੂੰਹ ਨਾਲ ਗੁੜ ਵਰਗੀਆਂ ਮਿੱਠੀਆਂ ਗੱਲਾਂ ਨੇ ਪਰ ਹਿਰਦੇ ਵਿੱਚ ਛੁਰੀ ਹੈਗੀ ਹੈ। ਵੇਅਰ ਟਾਇਰਲੈਸ, ਟਾਇਰਲੈਸ ਮੈਨੇ ਹੁੰਦਾ ਹੈ ਜੋ ਨਾ ਥੱਕੇ, ਅਣਥੱਕ, ਸਟਰਾਈਵਿੰਗ ਮੈਨੇ ਸੰਘਰਸ਼ ਕਰਦੀ ਹੋਈ, ਸਟ੍ਰੈਚਿਜ਼ ਇਟਸ ਆਰਮਸ ਟੂਵਰਡਸ ਪਰਫੈਕਸ਼ਨ, ਤੇ ਜਿੱਥੇ ਅਣਥੱਕ ਜਿਹੜੀ ਸੰਘਰਸ਼ ਦੀ ਬਿਰਤੀ ਹੈ, ਸਟਰਾਈਵਿੰਗ ਮੈਨੇ ਅਣਥੱਕ, ਟਾਇਰਲੈਸ ਮੈਨੇ ਅਣਥੱਕ, ਸਟਰਾਈਵਿੰਗ ਮੈਨੇ ਸੰਘਰਸ਼ ਕਰਦੀ ਹੋਈ, ਸਟ੍ਰੈਚਿਜ਼ ਇਟਸ ਆਰਮਸ, ਆਪਣੀ ਬਾਹਾਂ ਨੂੰ ਅੰਗੜਾਈ ਲੈਂਦੀ ਹੈ, ਆਪਣੀ ਬਾਹਾਂ ਨੂੰ ਖਿਲਾਰਦੀ ਹੈ। ਕੌਣ? ਸੰਘਰਸ਼ ਵਾਲੀ ਬਿਰਤੀ, ਟੂਵਰਡਸ ਪਰਫੈਕਸ਼ਨ, ਸੰਪੂਰਨਤਾ ਵੱਲ, ਕਿ ਮੈਂ ਅੱਗੇ ਵਧਣਾ ਹੈ, ਮੈਂ ਅੱਗੇ ਕੁਝ ਕਰਨਾ ਹੈ, ਮੈਂ ਇਹ ਪ੍ਰਾਪਤੀ ਕਰਨੀ ਹੈ। ਜਿੱਥੇ ਇਹੋ ਜਿਹਾ ਨਾ ਥੱਕਣ ਵਾਲਾ ਜਜ਼ਬਾ ਹੈ, ਨਾ ਥੱਕਣ ਵਾਲੀ ਸੰਘਰਸ਼ ਦੀ ਰੁਚੀ ਹੈ। ਫਿਰ ਅੱਗੇ ਕਹਿੰਦੇ ਨੇ ਵੇਅਰ ਦ ਕਲੀਅਰ ਸਟਰੀਮ ਆਫ ਰੀਜ਼ਨ ਹੈਜ਼ ਨਾਟ ਲੋਸਟ ਇਟਸ ਵੇ ਇਨਟੂ ਡ੍ਰੀਅਰੀ ਡੈਜ਼ਰਟ ਸੈਂਡ ਆਫ ਡੈਡ ਹੈਬਿਟ। ਡ੍ਰੀਅਰੀ ਹੁੰਦਾ ਸੁਨਸਾਨ, ਵੀਰਾਨ, ਡੈਜ਼ਰਟ ਮੈਨੇ ਮਾਰੂਥਲ, ਡੈਡ ਮੈਨੇ ਮਰ ਚੁੱਕੀ, ਹੈਬਿਟ ਮੈਨੇ ਆਦਤਾਂ, ਸੰਸਕਾਰ, ਰਿਵਾਜ, ਰੀਤੀ ਰਿਵਾਜ, ਸਟਰੀਮ ਮੈਨੇ ਵਹਿਣ, ਕਲੀਅਰ ਮੈਨੇ ਸਾਫ ਸੁਥਰਾ, ਅਰਥਾਤ ਸ਼ੀਸ਼ੇ ਵਰਗਾ ਸਾਫ ਵਹਿਣ ਵਗਦਾ ਹੈ ਆਫ ਰੀਜ਼ਨ, ਵਿਵੇਕ ਬੁੱਧੀ ਵਾਲਾ, ਵਿਚਾਰ ਵਾਲਾ, ਜਿੱਥੇ ਵਿਚਾਰ ਵਾਲਾ ਸਾਫ ਸ਼ੀਸ਼ੇ ਵਰਗਾ ਵਹਿਣ, ਹੈਜ਼ ਨਾਟ ਲੋਸਟ ਇਟਸ ਵੇ ਇਨਟੂ ਡੇਰੀ ਡੈਜ਼ਰਟ, ਜਿਹੜਾ ਗਵਾਚ ਕੇ ਕਿਤੇ ਸੁਨਸਾਨ ਮਾਰੂਥਲ ਵੱਲ ਨਹੀਂ ਜਾ ਰਿਹਾ। ਸੈਂਡ, ਮਾਰੂਥਲ ਕਿਹੜਾ ਹੈ? ਪੁਰਾਣੇ ਮਰ ਚੁੱਕੇ ਸੰਸਕਾਰਾਂ ਦਾ, ਪੁਰਾਣੀ ਆਦਤਾਂ ਦਾ, ਜਿਹਨਾਂ ਦਾ ਕੋਈ ਅੱਜ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ। ਅਸੀਂ ਵਹਿਮ ਭਰਮ, ਜਿੱਦਾਂ ਪਹਿਲੇ ਵੀ ਕਿਹਾ, ਸਾਡੇ ਦੇਸ਼ ਵਿੱਚ ਵਹਿਮ ਭਰਮ, ਟੂਣੇ ਟੁੱਟ ਕੇ, ਨਜ਼ਰ ਬੱਟੂ, ਇਹ ਮਨਹੂਸ, ਇਹ ਚੰਗਾ ਦਿਨ, ਇਹ ਮਾੜਾ ਦਿਨ, ਇਹ ਫਲਾਨੀ, ਇਹ ਫਲਾਨਾ ਤਵੀਤ, ਇਹ ਫਲਾਨਾ ਧਾਗਾ, ਇਹ ਫਲਾਨਾ ਸਿਆਣਾ, ਇਹ ਫਲਾਨਾ ਤਾਂਤਰਿਕ, ਇਹਨਾਂ ਚੱਕਰਾਂ 'ਚ ਹੀ ਆਪਣੇ ਭਾਰਤੀ ਲੋਕ ਪਏ ਰਹਿੰਦੇ ਨੇ। ਵੇਅਰ ਦੀ ਮਾਈਂਡ ਇਜ਼ ਲੈਡ, ਲੈਡ ਦਾ ਮਤਲਬ ਇਜ਼ ਲੈਡ, ਲੀਡ ਹੁੰਦਾ ਬੱਚਿਓ, ਅਗਵਾਈ ਕਰਨੀ, ਇਜ਼ ਲੈਡ ਅਗਵਾਈ ਦਿੱਤੀ ਜਾਂਦੀ ਹੈ, ਤੋਰਿਆ ਜਾਂਦਾ ਹੈ। ਵੇਅਰ ਦਾ ਮਾਈਂਡ ਇਜ਼ ਲੈਡ, ਜਦੋਂ ਜਿੱਥੇ ਮਨ ਤੋਰਿਆ ਜਾਂਦਾ ਹੈ, ਕਿੱਥੇ? ਫਾਰਵਰਡ, ਅਗਾਂਹ ਨੂੰ, ਬਾਈ ਦੀ, ਇੱਥੇ ਟੀ ਵੱਡਾ ਹੈ, ਦੀ ਦਾ ਮਤਲਬ ਹੈ ਯੂ, ਵਾਹਿਗੁਰੂ ਨੂੰ ਕਿਹਾ, ਪਰਮਾਤਮਾ ਨੂੰ ਕਿਹਾ, ਜਿੱਥੇ ਮਨ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੁਹਾਡੇ ਵੱਲੋਂ ਤੋਰਿਆ ਜਾਂਦਾ ਹੈ। ਕਿੱਥੇ ਤੋਰਿਆ ਜਾਂਦਾ ਹੈ? ਇਨਟੂ ਐਵਰ ਵਾਈਡਨਿੰਗ ਥਾਟ ਐਂਡ ਐਕਸ਼ਨ,
ਵਿਸਤਾਰਿਤ ਹੁੰਦਾ, ਖੁੱਲ੍ਹਦਾ ਹੋਇਆ, ਵੱਡਾ ਹੁੰਦਾ ਹੋਇਆ ਵਿਚਾਰ ਅਤੇ ਐਕਸ਼ਨ ਵਾਲੇ ਪਾਸੇ। ਅਰਥਾਤ ਜਿੱਥੇ ਇਹ ਵਾਹਿਗੁਰੂ ਜੀ ਐਸੀ ਬਖਸ਼ਿਸ਼ ਕਰੋ ਜਿੱਥੇ ਸਾਡੇ ਦੇਸ਼ ਵਾਸੀਆਂ ਦਾ ਮਨ ਜਿਹੜਾ ਹੈ ਉਹ ਟੋਣੇ ਟੋਟਕਿਆਂ ਵਿੱਚ, ਪੁਰਾਣੇ ਸੜੇ ਗਲੇ ਰੀਤੀ ਰਿਵਾਜਾਂ ਵਿੱਚ ਹੀ ਫਸ ਕੇ ਨਾ ਰਹਿ ਜਾਏ, ਉਹ ਚੌੜੇ ਹੁੰਦੇ, ਫੈਲਦੇ ਹੋਏ ਵਿਚਾਰ ਅਤੇ ਐਕਸ਼ਨ, ਹਰਕਤ, ਉੱਦਮ ਵਾਲੇ ਪਾਸੇ ਨੂੰ ਤੁਰੇ, ਇਨਟੂ ਦੈਟ ਹੈਵਨ ਆਫ ਫਰੀਡਮ, ਅਤੇ ਉਸ ਆਜ਼ਾਦੀ ਵਾਲੇ ਸਵਰਗ ਵੱਲ ਜਾਏ। ਮਾਈ ਫਾਦਰ, ਹੇ ਮੇਰੇ ਪਰਮ ਪਿਤਾ ਜੀ, ਐਫ ਵੱਡਾ ਹੈ, ਅਰਥਾਤ ਰੱਬ ਨੂੰ ਪਿਤਾ ਕਰਕੇ ਸੰਬੋਧਨ ਕੀਤਾ ਵਾਹਿਗੁਰੂ ਨੂੰ। ਮਾਈ ਫਾਦਰ, ਮੇਰੇ ਪਿਤਾ ਜੀ, ਲੈਟ ਮਾਈ ਕੰਟਰੀ ਅਵੇਕ, ਕਾਸ਼ ਮੇਰਾ ਦੇਸ਼ ਜਾਗ ਪਵੇ ਇਸ ਅਗਿਆਨਤਾ ਦੀ ਨੀਂਦ ਵਿੱਚੋਂ, ਇਸ ਵਹਿਮਾਂ ਭਰਮਾਂ ਦੀ ਨੀਂਦ ਵਿੱਚੋਂ, ਇਸ ਆਲਸ ਦੀ ਨੀਂਦ ਵਿੱਚੋਂ, ਇਸ ਇਨਰਸ਼ੀਆ, ਡੋਗਮਾ, ਕੱਟੜਪੰਥੀ ਦੀ ਨੀਂਦ ਵਿੱਚੋਂ, ਕੱਟੜਵਾਦ ਦੀ ਨੀਂਦ ਵਿੱਚੋਂ ਨਿਕਲਿਆ ਆਏ, ਤੁਸੀਂ ਐਸੀ ਕਿਰਪਾ ਕਰੋ। ਸੋ ਇਹ ਰਵਿੰਦਰਨਾਥ ਟੈਗੋਰ ਦੀ ਕਵਿਤਾ ਸੀ, ਇੱਥੇ ਸਮਾਪਤ ਹੁੰਦੀ ਹੈ। ਤੇ ਨਾਲ ਬੱਚਿਓ, ਰਵਿੰਦਰਨਾਥ ਟੈਗੋਰ ਬਾਰੇ ਇੱਕ ਜਾਣਕਾਰੀ ਹੈ, ਉਹ ਵੀ ਸਾਂਝੀ ਕਰਨੀ ਬੜੀ ਜ਼ਰੂਰੀ ਹੈ, ਉਹ ਵੀ ਦੇਖ ਲਈਏ। Rabindranath Tagore was born in 1861 in an aristocratic family of Bengal, ਅਰਥਾਤ ਬੰਗਾਲ ਦੇ ਇੱਕ ਪਰਿਵਾਰ ਵਿੱਚ, ਬੰਗਾਲ ਦੇ ਇੱਕ ਐਰਿਸਟੋਕ੍ਰੈਟਿਕ ਮੈਨੇ ਖਾਨਦਾਨੀ ਪਰਿਵਾਰ ਵਿੱਚ 1861 ਵਿੱਚ ਟੈਗੋਰ ਦਾ ਜਨਮ ਹੋਇਆ। ਟੈਗੋਰ ਹੈਡ ਨੋ ਫਾਰਮਲ ਐਜੂਕੇਸ਼ਨ, ਫਾਰਮਲ ਹੁੰਦੀ ਹੈ ਰਸਮੀ, ਉਹ ਕਿਸੇ ਸਕੂਲ ਕਾਲਜ ਵਿੱਚ ਨਹੀਂ ਗਏ। ਯੈਟ ਹੀ ਵਾਜ਼ ਅ ਜੀਨੀਅਸ, ਪਰ ਉਹ ਫਿਰ ਵੀ ਇਹਦੇ ਬਾਵਜੂਦ ਵੀ ਬਿਨਾਂ ਰਸਮੀ ਪੜ੍ਹਾਈ ਤੋਂ ਬਹੁਤ ਰੋਸ਼ਨ ਦਿਮਾਗ ਸਨ। ਇਨ 1912 ਵੈਨ ਹੀ ਸੇਲ ਟੂ ਇੰਗਲੈਂਡ, 1912 ਵਿੱਚ ਜਦੋਂ ਸੇਲ ਹੁੰਦਾ ਸਮੁੰਦਰ ਦੇ ਰਾਹੀਂ ਸਫ਼ਰ ਕਰਨਾ, ਜਦੋਂ ਸਮੁੰਦਰ ਰਾਹੀਂ ਇੰਗਲੈਂਡ ਗਏ, ਹੀ ਟਰਾਂਸਲੇਟਿਡ ਸਮ ਆਫ ਹਿਸ ਪੋਇਮਸ ਐਂਡ ਪਲੇਜ਼, ਉਹਨਾਂ ਨੇ ਆਪਣੀਆਂ ਕੁਝ ਕਵਿਤਾਵਾਂ, ਪਲੇਜ਼ ਮੈਨੇ ਨਾਟਕ ਨੂੰ ਟਰਾਂਸਲੇਟ ਕੀਤਾ, ਤਰਜਮਾ ਕੀਤਾ, ਉਲਥਾ ਕੀਤਾ ਫॉर ਹਿਸ ਇੰਗਲਿਸ਼ ਫਰੈਂਡਸ, ਆਪਣੇ ਅੰਗਰੇਜ਼ ਦੋਸਤਾਂ ਲਈ, ਅੰਗਰੇਜ਼ੀ ਦੇ ਵਿੱਚ। ਦੀ ਕਲੈਕਸ਼ਨ ਵਾਜ਼ ਪਬਲਿਸ਼ਡ ਅੰਡਰ ਦ ਟਾਈਟਲ ਆਫ ਗੀਤਾਂਜਲੀ, ਇਹ ਜਿਹੜਾ ਸੰਗ੍ਰਹਿ ਸੀਗਾ ਇਹ ਗੀਤਾਂਜਲੀ ਦੇ ਸਿਰਲੇਖ ਹੇਠ ਛਾਪਿਆ ਗਿਆ। ਵਿਦ ਐਨ ਇੰਟਰੋਡਕਸ਼ਨ ਬਾਈ ਈਟਸ, ਬੜਾ ਮਸ਼ਹੂਰ ਬੱਚੋ ਇੱਕ ਅੰਗਰੇਜ਼ੀ ਕਵੀ ਸੀਗਾ ਈਟਸ, ਉਹਨੇ ਉਸ ਕਿਤਾਬ ਦਾ ਮੁਖਬੰਧ ਲਿਖਿਆ। ਐਂਡ ਵਨ ਟੈਗੋਰ ਦੀ ਨੋਬਲ ਪ੍ਰਾਈਜ਼ ਇਨ ਲਿਟਰੇਚਰ, ਤੇ ਇਸ ਗੀਤਾਂਜਲੀ ਕਰਕੇ ਟੈਗੋਰ ਸਾਹਿਬ ਨੂੰ, ਰਵਿੰਦਰਨਾਥ ਟੈਗੋਰ ਨੂੰ ਸਾਹਿਤ ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ। ਟੈਗੋਰ ਇਜ਼ ਦੀ ਮੋਸਟ ਵਰਸੇਟਾਈਲ ਜੀਨੀਅਸ, ਟੈਗੋਰ ਸਾਹਿਬ ਵਰਸੇਟਾਈਲ ਹੁੰਦੇ ਬਹੁਪੱਖੀ, ਕਈ ਪੱਖਾਂ ਤੋਂ ਬਹੁਪੱਖੀ, ਪਰ ਆਪਣੇ ਪ੍ਰਤਿਭਾ ਵਾਲੇ ਸਨ, ਇਹ ਪ੍ਰਤਿਭਾ ਵਾਲੇ ਹਨ। ਹੀ ਰੋਡ ਪੋਇਟਰੀ, ਉਹਨਾਂ ਨੇ ਕਵਿਤਾਵਾਂ ਲਿਖੀਆਂ, ਡਰਾਮਾ ਲਿਖਿਆ, ਨਾਵਲ ਲਿਖੇ, ਸ਼ਾਰਟ ਸਟੋਰੀ, ਛੋਟੀਆਂ ਕਹਾਣੀਆਂ ਲਿਖੀਆਂ, ਐਸੇ ਨਿਬੰਧ ਲਿਖੇ। ਐਂਡ ਲਿਟਰਰੀ ਕ੍ਰਿਟਿਸਿਜ਼ਮ, ਲਿਟਰਰੀ ਕ੍ਰਿਟਿਸਿਜ਼ਮ ਹੁੰਦਾ ਹੈ ਸਾਹਿਤਕ ਆਲੋਚਨਾ, ਉਹਨਾਂ ਨੇ ਸਾਹਿਤਕ ਆਲੋਚਨਾ ਵੀ ਕੀਤੀ। ਹੀ ਵਾਜ਼ ਐਨ ਐਕਟਰ, ਉਹ ਇੱਕ ਕਲਾਕਾਰ ਸੀਗੇ। ਐਨ ਐਜੂਕੇਸ਼ਨਿਸਟ, ਇੱਕ ਵਿੱਦਿਆ ਸ਼ਾਸਤਰੀ ਸੀਗੇ। ਐਂਡ ਅ ਸੋਸ਼ਲ ਰਿਫਾਰਮਰ, ਇੱਕ ਸਮਾਜ ਸੁਧਾਰਕ ਸੀਗੇ। ਸੋਸ਼ਲ ਮੈਨੇ ਸਮਾਜ, ਰਿਫਾਰਮ ਮੈਨੇ ਸੁਧਾਰ ਕਰਨਾ, ਰਿਫਾਰਮਰ ਮੈਨੇ ਸੁਧਾਰਕ। ਹੀ ਇਜ਼ ਰੈਵਰਡ, ਰੈਵਰਡ ਦਾ ਮਤਲਬ ਹੁੰਦਾ ਹੈ ਪੂਜੇ ਜਾਣਾ ਜਾਂ ਇੱਜ਼ਤ ਦਿੱਤੀ ਜਾਣੀ। ਹੀ ਇਜ਼ ਰੈਵਰਡ ਬਾਈ ਐਵਰੀ ਇੰਡੀਅਨ, ਉਹ ਹਰ ਇੱਕ ਭਾਰਤੀ ਵੱਲੋਂ ਸਤਿਕਾਰੇ ਜਾਂਦੇ ਹਨ। ਰੈਵਰਡ ਮੈਨੇ ਰਿਸਪੈਕਟਡ, ਸਤਿਕਾਰੇ ਜਾਂਦੇ ਹਨ। ਬਾਈ ਐਵਰੀ ਇੰਡੀਅਨ, ਅਰਥਾਤ ਹਰ ਇੱਕ ਭਾਰਤੀ ਉਹਨਾਂ ਦਾ ਸਤਿਕਾਰ ਕਰਦਾ ਹੈ, ਉਹ ਹਰ ਇੱਕ ਭਾਰਤੀ ਵੱਲੋਂ ਸਤਿਕਾਰੇ ਜਾਂਦੇ ਹਨ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੀ ਆਪਣੀ ਕਵਿਤਾ ਜਿਸ ਦੀ ਅਸੀਂ ਰੀਡਿੰਗ ਐਂਡ ਟਰਾਂਸਲੇਸ਼ਨ ਕੀਤੀ ਹੈ। ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।